गुरु प्यारिओ, वाहिगुरु जी का खालसा, वाहिगुरु जी की फतेह। ਭਾਰਤ ਵਰਸ਼ ਹਰ ਸਾਲ 1947 ਨੂੰ ਜੋ ਆਜ਼ਾਦੀ ਮਿਲੀ ਉਸ ਦੀ ਵਰ੍ਹੇਗੰਢ ਮਨਾਉਂਦਾ ਹੈ। ਭਾਰਤੀ ਨੈਸ਼ਨਲ ਕਾਂਗਰਸ ਦੇ ਨੇਤਾਵਾਂ ਦਾ ਆਮ ਤੌਰ ਤੇ ਇਸ ਆਜ਼ਾਦੀ ਦੇ ਪ੍ਰਤੀ ਨਜ਼ਰੀਆ ਇਹ ਹੈ ਕਿ ਉਹ ਆਖਦੇ ਨੇ ਕਿ ਮਹਾਤਮਾ ਗਾਂਧੀ ਦੀ ਚਲਾਈ ਲਹਿਰ, ਜਿਸ ਦੇ ਵਿੱਚ ਉਹ ਕਹਿੰਦੇ ਸਨ ਵੀ ਅੱਗੋਂ ਹੱਥ ਨਹੀਂ ਚੁੱਕਣਾ, ਦਾ ਵੱਡਾ ਯੋਗਦਾਨ ਹੈ। ਭਾਰਤ ਨੂੰ ਆਜ਼ਾਦ ਕਰਾਉਣ ਹਿੱਤ ਹੋਏ ਸਾਰੇ ਯਤਨਾਂ ਵਾਂਗ ਇਸ ਲਹਿਰ ਵਿੱਚ ਵੀ ਸਿੱਖਾਂ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ। ਬਲਕਿ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ ਲਹਿਰ ਨੂੰ ਜੋ ਟੁੰਬ ਸਿੱਖਾਂ ਵੱਲੋਂ ਮਿਲੀ ਅਤੇ ਜੋ ਸਾਹਸ ਸਿੱਖਾਂ ਨੇ ਇਸ ਵਿੱਚ ਭਰਿਆ, ਇਸ ਦੀ ਮਿਸਾਲ ਭਾਰਤ ਵਿੱਚ ਹੀ ਨਹੀਂ ਬਲਕਿ ਦੁਨੀਆ ਦੇ ਤਖਤੇ ਉੱਪਰ ਮਿਲਣੀ ਕਠਿਨ ਹੈ। ਇਸ ਦਾ ਇੱਕ ਚਿੱਤਰ ਗੁਰੂ ਕੇ ਬਾਗ ਦਾ ਮੋਰਚਾ ਹੈ। ਇਹ ਮੋਰਚਾ ਉਸ ਸਮੇਂ ਦੀ ਅੰਗਰੇਜ਼ ਸਰਕਾਰ ਨਾਲ ਸੀ ਅਤੇ ਇਹ ਅਗਸਤ ਸਤੰਬਰ 1922 ਦੇ ਵਿੱਚ ਲੱਗਾ, ਜਿਸ ਵਿੱਚ ਅਨੇਕਾਂ ਗੁਰੂ ਕੇ ਸਿੱਖਾਂ ਨੇ ਆਪਣੀ ਸ਼ਹਾਦਤ ਦਿੱਤੀ, ਜ਼ੁਲਮ ਨੂੰ ਸਹਿਆ, ਪਰੰਤੂ ਆਪਣੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਵਾਸਤੇ ਯਤਨ ਜਿਹੜਾ ਸੀ ਉਹ ਲਗਾਤਾਰ ਆਰੰਭ ਰੱਖਿਆ। ਔਰ ਖਿਆਲ ਕਰਨਾ, ਇਸੇ ਹੀ ਮੋਰਚੇ ਦੇ ਸੰਬੰਧ ਦੇ ਵਿੱਚ 1922 ਦੇ ਵਿੱਚ ਭਾਰਤ ਦਾ ਮਹਾਨ ਕਾਂਗਰਸੀ ਨੇਤਾ ਪੰਡਿਤ ਮੋਤੀ ਲਾਲ ਨਹਿਰੂ, ਜਵਾਹਰ ਲਾਲ ਦਾ ਪਿਤਾ ਅਤੇ ਇੰਦਰਾ ਗਾਂਧੀ ਦਾ ਦਾਦਾ, ਉਹਨੇ ਇਹ ਗੱਲ ਆਖੀ ਸੀ ਕਿ ਦੁਨੀਆ ਦੇ ਸਭ ਤੋਂ ਚੰਗੇ ਮਨੁੱਖ ਉਹ ਗੁਰੂ ਕੇ ਸਿੱਖ ਨੇ। ਪਰੰਤੂ ਖਿਆਲ ਕਰਨਾ, ਮਨੁੱਖੀ ਚੇਤਾ ਬਹੁਤ ਛੋਟਾ ਹੈ ਅਤੇ 1947 ਦੀ ਆਜ਼ਾਦੀ ਮਿਲਣ ਤੋਂ ਬਾਅਦ ਕੇਵਲ 25 ਸਾਲ ਬੀਤੇ ਸਨ। 1922 ਤੋਂ ਲੈ ਕੇ 1947 ਤੱਕ ਕੇਵਲ 25 ਸਾਲ ਬੀਤੇ ਸਨ ਕਿ ਇਸ ਸਮੇਂ ਤੋਂ ਬਾਅਦ ਉਹੀ ਕਾਂਗਰਸੀ ਨੇਤਾ ਨੇ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਸੀ। ਨਹਿਰੂ ਨੇ ਇਹ ਗੱਲ ਕਹੀ ਸੀ ਕਿ ਉਹ ਸਮਾਂ ਔਰ ਥਾ। ਸਿੱਖਾਂ ਕੋਲ ਇੱਕ ਮਹਾਨ ਵਿਰਸਾ ਹੈ, ਪਰੰਤੂ ਇਸ ਵਿਰਸੇ ਨੂੰ ਧੁੰਦਲਾ ਕਰਨ ਦੇ ਵਾਸਤੇ ਸਮੇਂ ਦੀਆਂ ਹੁਕਮਰਾਨਾਂ ਨੇ, ਸਿੱਖ ਵਿਰੋਧੀ ਲੋਕਾਂ ਨੇ ਕੋਈ ਕਸਰ ਨਹੀਂ ਛੱਡੀ। ਇਹਨਾਂ ਲੋਕਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੈਰਾਗੀ ਦੇ ਰੂਪ ਦੇ ਵਿੱਚ ਪੇਸ਼ ਕੀਤਾ। ਇਹਨਾਂ ਲੋਕਾਂ ਨੇ ਭਗਤ ਸਿੰਘ ਨੂੰ ਗੈਰ ਸਿੱਖ ਪੇਸ਼ ਕੀਤਾ ਗਿਆ। ਇਹਨਾਂ ਲੋਕਾਂ ਨੇ ਜਲਿਆਂਵਾਲੇ ਬਾਗ ਦੇ ਵਿੱਚ, ਜੋ ਕਿ 2/3 ਤੋਂ ਵੱਧ ਲੋਕ ਸਿੱਖ ਸਨ, ਉਹਨਾਂ ਨੂੰ ਫਿਰਕਾ ਗਰਦਾਨਿਆ ਗਿਆ ਤੇ ਨਾਲ ਹੀ ਕੈਨੇਡੀਅਨ ਬਾਬਿਆਂ, ਕੌਮਾਂ ਗਾਟਾ ਮਾਰੂ ਅਤੇ ਹੋਰ ਅਨੇਕਾਂ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਜਿਹੜੀਆਂ ਕਿ ਸਿੱਖਾਂ ਨੇ ਆਪਣੇ ਪਿੰਡੇ ਦੇ ਉੱਤੇ ਤਸ਼ੱਦਦ ਸਿਆ, ਉਹਨਾਂ ਦੇ ਉੱਤੇ ਸਿਆਹੀ ਫੇਰ ਦਿੱਤੀ। ਕੇਵਲ ਅੱਜ ਵੀ ਤੁਸੀਂ ਵੇਖਦੇ ਹੋ ਇਸ ਗੁਰੂ ਕੇ ਬਾਗ ਦੇ ਮੋਰਚੇ ਨੂੰ ਕੇਵਲ 99 ਸਾਲ ਹੋਏ ਨੇ। ਅਗਲੇ ਸਾਲ ਇੱਕ ਸਦੀ ਪੂਰੀ ਹੋ ਜਾਣੀ ਹੈ, ਪਰੰਤੂ ਇਹਨਾਂ ਲੋਕਾਂ ਨੇ ਇਸ ਗੱਲ ਦੇ ਉੱਤੇ ਜਿਹੜਾ ਸੀ ਉਹ ਸਿਆਹੀ ਫੇਰ ਕੇ ਅੱਜ ਸਿੱਖਾਂ ਨੂੰ ਨਜ਼ਰ ਅੰਦਾਜ਼ ਜਿਹੜਾ ਹੈ ਉਹ ਕਰ ਦਿੱਤਾ ਹੈ। ਭਾਵੇਂ ਕਿ ਗੁਰੂ ਕੇ ਸਿੱਖ ਜਿਹੜੇ ਨੇ ਉਹ ਚੜ੍ਹਦੀ ਕਲਾ ਦੇ ਵਿੱਚ ਵਿਸ਼ਵਾਸ ਰੱਖਦੇ ਨੇ। ਗੁਰੂ ਕੇ ਸਿੱਖ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ, ਜਿਸ ਦੇ ਸਬੰਧ ਦੇ ਵਿੱਚ ਕਾਂਗਰਸੀ ਨੇਤਾ ਲਾਲਾ ਲਾਜਪਤ ਰਾਏ ਨੇ ਇੱਕ ਗੱਲ ਕਹੀ ਸੀ, ਤੁਮ ਦਰਦੇ ਹਿੰਦ ਕੇ ਮਸੀਹਾ ਹੋ ਅਕਾਲੀਓ, ਸਵੇ ਰਾਜ ਕਾ ਜੋ ਰਾਜ ਹੋ ਆਪਣੇ ਦੇਸ਼ में, ਹੋਗਾ ਤੁਮਾਰਾ ਹੱਥ में ਝੰਡਾ ਅਕਾਲੀਓ। ਇਹ ਗੱਲਾਂ ਕਹਿਣ ਵਾਲੇ ਲੋਕਾਂ ਨੇ ਅੱਜ ਸਿੱਖਾਂ ਨੂੰ ਜਿਹੜਾ ਸੀਗਾ ਉਹ ਨਜ਼ਰ ਅੰਦਾਜ਼ ਕਰ ਦਿੱਤਾ। ਇਸ ਪਿੱਛੇ ਭਾਵਨਾ ਕੀ ਸੀ? ਸਿੱਖਾਂ ਦੀ ਚੜ੍ਹਦੀ ਕਲਾ। ਦੂਸਰੀ ਗੱਲ, ਅਕਾਲ ਪੁਰਖ ਦੇ ਉੱਪਰ ਦ੍ਰਿੜ ਵਿਸ਼ਵਾਸ। ਤੀਸਰੀ, ਅਕਾਲ ਪੁਰਖ ਦਾ ਹੁਕਮ ਮੰਨਦੇ ਸਨ ਤੇ ਫਿਰ ਨਾਲ ਇਹ ਵੀ ਭਾਵਨਾ ਸੀ ਕਿ ਜਿਹੜੀ ਅਰਦਾਸ ਅਸੀਂ ਗੁਰੂ ਦੇ ਅੱਗੇ ਕੀਤੀ ਹੈ, ਉਸ ਅਰਦਾਸ ਦੇ ਵਿੱਚ ਇੱਕ ਗੱਲ ਕਹੀ ਸੀ ਕਿ ਅਸੀਂ ਸਮੇਂ ਦੀ ਸਰਕਾਰ ਦੇ ਕੋਲ ਆਪਣੀ ਗੱਲ ਲੈ ਕੇ ਜਾਵਾਂਗੇ, ਇਸ ਦੇ ਬਦਲੇ ਦੇ ਵਿੱਚ ਭਾਵੇਂ ਉਹ ਸਾਨੂੰ ਸੁੰਮੋਂ ਵਾਲੀਆਂ ਡਾਂਗਾਂ ਦੇ ਨਾਲ ਕੁੱਟ ਕੇ
ਮਾਰ ਸੁੱਟਣ, ਸ਼ਹੀਦ ਕਰ ਦੇਵਣ, ਪਰ ਅਸੀਂ ਆਪਣਾ ਹੱਥ ਜਿਹੜਾ ਹੈ ਉਹ ਉੱਪਰ ਨਹੀਂ ਜੇ ਚੱਕਾਂਗੇ। ਆਓ ਗੁਰੂ ਕੇ ਬਾਗ ਦੇ ਮੋਰਚੇ ਦੇ ਉਸ ਘਟਨਾ ਕਰਮ ਨੂੰ ਆਪਾਂ ਥੋੜਾ ਜਿਹਾ ਵਿਚਾਰੀਏ। ਪਰ ਇਸ ਘਟਨਾ ਕਰਮ ਨੂੰ ਵਿਚਾਰਨ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਪਵੇਗਾ ਵੀ ਇਹ ਘਟਨਾ ਕਰਮ ਵਾਪਰਿਆ ਕਿਉਂ, ਇਹਦੇ ਪਿੱਛੇ ਕੀ ਫੈਕਟਰ ਸਨ, ਕਿਹਦੇ ਕਾਰਨਾਂ ਕਰਕੇ ਇਹ ਵਾਪਰਿਆ। ਯਾਦ ਰੱਖਿਓ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੋਆ, ਇਹ ਗੱਲ ਸਾਡੇ ਸਨਮੁਖ ਰੱਖੀ ਵੀ ਜਿੱਥੇ ਵੀ ਸਤਿਗੁਰੂ ਮਹਾਰਾਜ ਜਾਂਦੇ ਸਨ ਉੱਥੇ ਸਤਿਗੁਰੂ ਮਹਾਰਾਜ ਗੁਰਦੁਆਰੇ ਸਥਾਪਿਤ ਕਰਦੇ ਸਨ, ਸੰਗਤਾਂ ਸਥਾਪਿਤ ਕਰਦੇ ਸਨ। ਇਸ ਦਾ ਮਿਸਾਲ ਸਾਨੂੰ ਅਨੇਕਾਂ ਗੁਰਦੁਆਰਿਆਂ ਦੇ ਨਾਮ ਜਿਹੜੇ ਨੇ ਉਹ ਸੰਗਤ ਦੇ ਨਾਮ ਦੇ ਨਾਲ ਮਿਲਦੇ ਨੇ, ਜਿਵੇਂ ਕਿ ਗੁਰਦੁਆਰਾ ਬੜਾ ਸੰਗਤ ਕਲਕੱਤਾ, ਮੈਣੀ ਦੀ ਸੰਗਤ ਪਟਨਾ, ਧੂਬੜੀ ਦੀ ਸੰਗਤ, ਕਰਤਾਰਪੁਰ ਦੀ ਸੰਗਤ। ਇਹੋ ਜਿਹੇ ਬਹੁਤ ਸਾਰੇ ਗੁਰਦੁਆਰੇ ਜਿਹੜੇ ਨੇ ਉਹ ਸਤਿਗੁਰੂ ਮਹਾਰਾਜ ਨੇ ਸਥਾਪਿਤ ਕੀਤੇ। ਵੱਖ-ਵੱਖ ਸਮੇਂ ਦੇ ਅੰਦਰ ਵੱਖ-ਵੱਖ ਗੁਰੂ ਸਾਹਿਬਾਨਾਂ ਵੱਲੋਂ ਇਹ ਗੁਰਦੁਆਰੇ ਜਿਹੜੇ ਸਨ ਉਹ ਸਥਾਪਿਤ ਕੀਤੇ। ਉਹ ਸਿੱਖੀ ਦੇ ਇੱਕ ਪ੍ਰਚਾਰ ਕੇਂਦਰ ਸਨ। ਤੇ ਖਿਆਲ ਕਰਨਾ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਹਨਾਂ ਦੀ ਸੇਵਾ ਸੰਭਾਲ ਦੀ ਡਿਊਟੀ ਵੀ ਜਿਹੜੀ ਸੀ ਉਹ ਗੁਰਸਿੱਖਾਂ ਦੇ ਨਾਮ ਜਿਹੜੀ ਸੀ ਉਹ ਲਗਵਾਈ। ਔਰ ਯਾਦ ਰੱਖਿਓ, ਸਭ ਤੋਂ ਪਹਿਲਾਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਹਰਿਮੰਦਰ ਸਾਹਿਬ ਦੇ ਅੰਦਰ ਗ੍ਰੰਥੀ ਦੀ ਸੇਵਾ ਜਿਹੜੀ ਸੀ ਉਹ ਦਿੱਤੀ, ਜੋ ਕਿ 16 ਨਵੰਬਰ 1631 ਤੱਕ ਉਹਨਾਂ ਨੇ ਨਿਭਾਈ। 1604 ਤੋਂ ਲੈ ਕੇ 1631 ਤੱਕ। ਇਸ ਤੋਂ ਉਪਰੰਤ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਸੇਵਾ 1636 ਤੱਕ ਨਿਭਾਈ। 1631 ਤੋਂ ਲੈ ਕੇ 1636 ਤੱਕ ਲਗਭਗ 5 ਸਾਲ ਉਹਨਾਂ ਨੇ ਇਹ ਸੇਵਾ ਨਿਭਾਈ। ਇਸ ਤੋਂ ਬਾਅਦ ਜਿਹੜੀ ਸੀ ਇਹ ਹਰਿਮੰਦਰ ਸਾਹਿਬ ਦੀ ਪ੍ਰਬੰਧ ਉਹ ਸੋਢੀਆਂ ਦੇ ਕੋਲ ਚਲੀ ਗਈ, ਜਿਹਦੇ ਕਾਰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਵੀ ਉਹਨਾਂ ਨੇ ਗੁਰਦੁਆਰਾ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ ਦਰਸ਼ਨਾਂ ਵਾਸਤੇ ਜਾਣ ਨਹੀਂ ਸੀ ਦਿੱਤਾ, ਕੁੰਡੇ ਲਾ ਲਏ ਸਨ, ਜਿਹਦੇ ਕਾਰਨ ਸਤਿਗੁਰੂ ਮਹਾਰਾਜ ਪਿੰਡ ਬੱਲੇਵਾਲ ਨੂੰ ਚਲੇ ਗਏ ਸਨ। ਪਰੰਤੂ 1699 ਦੇ ਵਿੱਚ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਤੇ ਉਸ ਵਕਤ ਭਾਈ ਮਨੀਆਂ ਉਹਨਾਂ ਨੂੰ ਹਰਿਮੰਦਰ ਸਾਹਿਬ ਗ੍ਰੰਥੀ ਦੀ ਸੇਵਾ ਦੇ ਵਾਸਤੇ ਭੇਜ ਦਿੱਤਾ ਗਿਆ, ਕਿਉਂਕਿ 1696 ਦੇ ਅੰਦਰ ਇਹ ਸੋਢੀ ਜਿਹੜੇ ਸਨ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਉੱਥੇ ਹਰਿਮੰਦਰ ਸਾਹਿਬ ਦੇ ਵਿੱਚ ਸੇਵਾ ਕਰਨ ਵਾਸਤੇ ਕੋਈ ਨਹੀਂ ਸੀ। ਉਸ ਤੋਂ ਬਾਅਦ ਜਿਹੜੇ ਸਨ ਭਾਈ ਮਨੀ ਸਿੰਘ 1699 ਦੇ ਵਿੱਚ ਗਏ ਤੇ ਲਗਭਗ 35 ਸਾਲ 24 ਜੂਨ 1734 ਤੱਕ ਉਹਨਾਂ ਨੇ ਇਹ ਸੇਵਾ ਸੰਭਾਲ ਜਿਹੜੀ ਸੀ ਉਹ ਕੀਤੀ। ਉਸ ਦੇ ਬਾਅਦ ਗੁਰੂ ਕੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਗਏ ਤੇ ਗੁਰੂ ਕੇ ਸਿੱਖ ਜਿਹੜੇ ਸਨ ਉਹ ਜੰਗਲਾਂ ਦੇ ਵਿੱਚ ਚਲੇ ਗਏ। ਮੁਗਲ ਹਕੂਮਤ ਵੱਲੋਂ ਸਿੱਖੀ ਦਾ ਖੁਰਾ ਖੋਜ ਮਟਾਉਣ ਵਾਸਤੇ ਯਤਨ ਜਿਹੜੇ ਸਨ ਉਹ ਆਰੰਭ ਕਰ ਦਿੱਤੇ ਗਏ। ਦੱਸਣ ਵਾਲੇ ਨੂੰ 20 ਰੁਪਏ, ਸਿੱਖ ਨੂੰ ਫੜ ਕੇ ਲਿਆਉਣ ਵਾਲੇ ਨੂੰ 50 ਰੁਪਏ ਅਤੇ ਸਿੱਖ ਨੂੰ ਮਾਰ ਕੇ ਲਿਆਉਣ ਵਾਲੇ ਨੂੰ 80 ਰੁਪਏ ਜਿਹੜੇ ਸਨ ਉਹ ਇਨਾਮ ਦੇ ਤੌਰ ਤੇ ਦਿੱਤੇ ਜਾਂਦੇ ਸਨ। ਇਹ ਇਹੋ ਜਿਹਾ ਸਮਾਂ ਸੀ ਜਦੋਂ ਗੁਰੂ ਕੇ ਸਿੱਖ ਘਰ-ਬਾਰ ਨੂੰ ਛੱਡ ਕਰਕੇ ਤੇ ਜੰਗਲਾਂ ਦੇ ਵਿੱਚ ਅਪਨਾਹ ਲੈ ਲਏ ਸੀ। ਇਸ ਸਮੇਂ ਦੇ ਦੌਰਾਨ ਹੀ ਅਹਿਮਦ ਸ਼ਾਹ ਅਬਦਾਲੀ ਵੱਲੋਂ ਸਿੱਖਾਂ ਦੇ ਪਵਿੱਤਰ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਅੰਦਰ ਦਰਬਾਰ ਸਾਹਿਬ ਉਹਨੂੰ ਢਹਿ ਢੇਰੀ ਕੀਤਾ ਗਿਆ। ਅੰਮ੍ਰਿਤਸਰ ਸਰੋਵਰ ਨੂੰ ਜਿਹੜਾ ਸੀ ਉਹ ਪੂਰ ਦਿੱਤਾ ਗਿਆ, ਕਿਉਂਕਿ ਉਹਨਾਂ ਲੋਕਾਂ ਦਾ ਵਿਸ਼ਵਾਸ ਸੀ। ਉਹਨਾਂ ਦਾ ਲੋਕਾਂ ਦਾ ਹੀ ਵਿਸ਼ਵਾਸ ਕਿਉਂ, ਇਸੇ ਸੰਸਾਰ ਦੇ ਵਿੱਚ ਰਹਿਣ ਵਾਲੇ, ਹਿੰਦੁਸਤਾਨ ਦੇ ਉੱਤੇ ਰਹਿਣ ਵਾਲੇ ਹਰੇਕ ਮਨੁੱਖ ਦਾ ਇਹ ਵਿਸ਼ਵਾਸ ਸੀ ਵੀ ਗੁਰੂ ਕੇ ਸਿੱਖ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਜਾਂਦੇ ਨੇ, ਉੱਥੇ ਅੰਮ੍ਰਿਤਸਰ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਨੇ, ਗੁਰੂ ਦੇ ਦਰਸ਼ਨ ਦਿਦਾਰੇ ਕਰਦੇ ਨੇ। ਇਹ ਭਾਵੇਂ ਕਿਤਨੇ ਵੀ ਫੱਟੜ ਕਿਉਂ ਨਾ ਹੋਣ, ਕਿੰਨੇ ਵੀ ਨਿਰਬਲ ਕਿਉਂ ਨਾ ਹੋਏ ਹੋਵਣ, ਇਹ ਇੱਕ ਵਾਰ ਉੱਥੇ ਜਾ ਆਉਣ ਤੇ ਮੁੜ ਹਕੂਮਤ ਦੇ ਨਾਲ ਲੋਹਾ ਲੈਣ ਵਾਸਤੇ ਤਿਆਰ ਹੋ ਜਾਂਦੇ ਨੇ। ਇਹ ਸਮਾਂ ਜਿਹੜਾ ਸੀ ਉਹ 50-55 ਸਾਲ ਦਾ ਸਮਾਂ ਇਸ ਤਰ੍ਹਾਂ ਦਾ ਗੁਜ਼ਰਿਆ। ਉਸ ਤੋਂ ਬਾਅਦ ਗੁਰਦੁਆਰਾ ਦੀ ਸਾਂਭ ਸੰਭਾਲ ਦਾ ਸਮਾਂ ਫਿਰ ਮਹਾਰਾਜਾ ਰਣਜੀਤ ਸਿੰਘ ਸਿੱਖ ਮਿਸਲਾਂ ਦੇ ਦੌਰਾਨ 75-80 ਸਾਲ ਫਿਰ ਇਹ ਸਮਾਂ ਜਿਹੜਾ ਹੈ ਇਹ ਗੁਜ਼ਰਿਆ ਹੈ।
ਇਸ ਸਮੇਂ ਦੇ ਦੌਰਾਨ ਜਿਸ ਵਕਤ ਬਾਹਰੋਂ ਹਕੂਮਤ ਆ ਰਹੀ ਸੀ, ਸਿੱਖਾਂ ਦਾ ਖੁਰਾ ਖੋਜ ਮਿਟਾ ਰਹੀ ਸੀ, ਉਸ ਵਕਤ ਨਿਰਮਲੇ ਸਾਧ ਅਤੇ ਉਸ ਵਕਤ ਗੁਰੂ ਕੇ ਪਿਆਰੇ ਉਹ ਸਾਂਭ ਸੰਭਾਲ ਜਿਹੜੇ ਸਨ ਉਹ ਕਰ ਰਹੇ ਸਨ। ਪਰੰਤੂ ਖਿਆਲ ਕਰਨਾ, ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਇਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰਿਆਂ ਦਾ ਪ੍ਰਬੰਧ ਵਧੀਆ ਚਲਾਉਣ ਵਾਸਤੇ ਵੀ ਉੱਥੇ ਰਹਿਣ ਵਾਲੇ ਰੋਜੀ ਰੋਟੀ ਪੱਖੋਂ ਕਿਤੇ ਦੂਜੇ ਵੱਲ ਨਾ ਝਾਕਣ, ਇਸ ਵਾਸਤੇ ਉਹਨਾਂ ਨੇ ਫਿਰ ਗੁਰਦੁਆਰਿਆਂ ਦੇ ਨਾਮ ਦੇ ਉੱਤੇ ਜਗੀਰ ਲਾ ਲਈ। ਗੁਰੂ ਕੇ ਪਿਆਰਿਆਂ ਨੇ ਨਵੇਂ ਗੁਰਦੁਆਰੇ ਵੀ ਸਥਾਪਿਤ ਕੀਤੇ, ਜਿਹਦੀ ਉਦਾਹਰਨ ਹੈ ਕਿ ਸਰਦਾਰ ਬਘੇਲ ਸਿੰਘ ਨੇ ਦਿੱਲੀ ਜਿੱਤਣ ਤੋਂ ਉਪਰੰਤ ਭਾਵੇਂ ਵਾਪਸ ਆ ਗਏ ਸਨ, ਪਰ ਉਹਨਾਂ ਦਾ ਮੁੱਖ ਨਿਸ਼ਾਨਾ ਸੀ ਉੱਥੇ ਗੁਰਦੁਆਰਿਆਂ ਨੂੰ ਸਥਾਪਿਤ ਕਰਨਾ। ਤੇ ਖਿਆਲ ਕਰਨਾ, ਇਸੇ ਸਮੇਂ ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ਜਗੀਰਾਂ ਲਗਾਈਆਂ ਤੇ ਇਸ ਤੋਂ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਚੜ੍ਹਾਈ ਕਰ ਜਾਂਦੇ ਨੇ ਤੇ ਉਸ ਤੋਂ ਬਾਅਦ ਤੀਸਰਾ ਦੌਰ ਸ਼ੁਰੂ ਹੁੰਦਾ ਹੈ, ਉਹ ਹੁੰਦਾ ਹੈ ਅੰਗਰੇਜ਼ਾਂ ਦੇ ਸਮੇਂ ਦਾ ਦੌਰ ਜਿਹੜਾ ਹੈ ਉਹ ਸ਼ੁਰੂ ਹੋ ਜਾਂਦਾ ਹੈ। ਪਰੰਤੂ ਇੱਕ ਗੱਲ ਦਾ ਖਿਆਲ ਕਰਨਾ ਕਿ ਜਦੋਂ ਅੰਗਰੇਜ਼ਾਂ ਦਾ ਰਾਜ ਹੋਇਆ ਤੇ ਉਹਨਾਂ ਨੇ ਵੀ ਇਸ ਗੱਲ ਨੂੰ ਦੇਖ ਲਿਆ ਵੀ ਸਿੱਖ ਜਿਹੜੇ ਨੇ, ਜਿੰਨਾ ਦੇਰ ਤੱਕ ਇਹਨਾਂ ਨੂੰ ਗੁਰਦੁਆਰਿਆਂ ਤੋਂ ਨਹੀਂ ਤੋੜਿਆ ਜਾਂਦਾ, ਉਨੀ ਦੇਰ ਤੱਕ ਇਹ ਇੱਕ ਖਤਰੇ ਦੇ ਰੂਪ ਦੇ ਵਿੱਚ ਸਾਡੇ ਸਨਮੁਖ ਜਿਹੜੇ ਨੇ ਉਹ ਬਣੇ ਰਹਿਣਗੇ। ਜਿਹਨੂੰ ਅਮਲ ਦੇ ਵਿੱਚ ਲਿਆਉਣ ਵਾਸਤੇ ਇਹਨਾਂ ਨੇ ਉਸ ਗੁਰਦੁਆਰਿਆਂ ਦੇ ਮਹੰਤ ਜਿਹੜੇ ਨਿਰਮਲੇ ਸਨ, ਉਹਨਾਂ ਨੂੰ ਆਪਣੇ ਨਾਲ ਗੰਢਣਾ ਆਰੰਭ ਕਰ ਦਿੱਤਾ। ਉਹਨਾਂ ਮਹੰਤਾਂ ਨੂੰ, ਉਹਨਾਂ ਪੁਜਾਰੀ ਸ਼੍ਰੇਣੀਆਂ ਨੂੰ ਆਪਣੇ ਹੱਥ ਵਿੱਚ ਰੱਖ ਕੇ ਤੇ ਆਪਣੇ ਅਨੁਸਾਰ ਜਿਹੜਾ ਸੀ ਉਹ ਚਲਾਉਣਾ ਸ਼ੁਰੂ ਕਰ ਦਿੱਤਾ, ਜਿਸ ਦੀ ਮਿਸਾਲ ਇਹ ਸਾਡੇ ਸਨਮੁਖ ਮਿਲਦੀ ਹੈ ਕਿ ਜਦੋਂ ਅੰਗਰੇਜ਼ ਸਰਕਾਰ 1914 ਦੇ ਵਿੱਚ ਬਜਬਜ ਘਾਟ ਤੇ ਗੁਰੂ ਨਾਨਕ ਜਹਾਜ਼, ਜਿਹਨੂੰ ਆਪਾਂ ਕਾਮਾਗਾਟਾ ਮਾਰੂ ਜਹਾਜ਼ ਕਹਿੰਦੇ ਹਨ, ਦੇ ਮੁਸਾਫਰਾਂ ਦੇ ਉੱਤੇ ਗੋਲੀ ਚਲਾ ਕਰਕੇ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ। ਸਿੱਖਾਂ ਦੇ ਅੰਦਰ ਜੋਸ਼ ਭਰਿਆ ਇਸ ਘਟਨਾ ਨੂੰ ਲੈ ਕਰਕੇ ਤੇ ਸਿੱਖਾਂ ਨੂੰ ਉਸ ਗੱਲ ਤੋਂ ਲਾਂਭੇ ਕਰਨ ਵਾਸਤੇ ਉਸ ਵਕਤ ਅਕਾਲ ਤਖਤ ਦੇ ਸਰਬਰਾਹ ਰੂੜ ਸਿੰਘ ਦੇ ਦਸਤਕਾਂ ਹੇਠ ਇੱਕ ਹੁਕਮਨਾਮਾ ਜਾਰੀ ਕਰ ਦਿੱਤਾ ਵੀ ਬਜਬਜ ਘਾਟ ਦੇ ਉੱਤੇ ਗੋਲੀ ਨਾਲ ਮਰਨ ਵਾਲੇ ਲੋਕ ਸਿੱਖ ਨਹੀਂ ਸਨ। ਇਹ ਬਿਲਕੁਲ ਪੂਰਾ ਝੂਠ ਬੋਲਿਆ ਗਿਆ। ਇਸੇ ਤਰ੍ਹਾਂ 1919 ਦੇ ਵਿੱਚ ਜਲਿਆਂਵਾਲੇ ਬਾਗ ਦੇ ਵਿੱਚ ਸਾਕਾ ਹੋਇਆ ਤੇ ਉਸ ਵਕਤ ਵੀ ਜਨਰਲ ਡਾਇਰ ਦੀ ਪ੍ਰਸ਼ੰਸਾ ਵਜੋਂ ਹਰਮੰਦਰ ਸਾਹਿਬ ਦੇ ਉੱਤੋਂ ਉਹਨਾਂ ਨੂੰ ਸਰੂਪਾ ਦੇ ਕੇ ਸਿੱਖਾਂ ਦੇ ਅੰਦਰ ਇਹ ਗੱਲ ਪੇਸ਼ ਕਰਨ ਦੀ ਨੀਅਤ ਦੇ ਨਾਲ ਇਹ ਗੱਲ ਪੇਸ਼ ਕੀਤੀ ਗਈ ਵੀ ਉਹ ਸਿੱਖ ਨਹੀਂ ਸਨ। ਤੇ ਖਿਆਲ ਕਰਨਾ, ਅੰਗਰੇਜ਼ਾਂ ਨੇ ਆਪਣੇ ਵੱਲ ਇਹਨਾਂ ਲੋਕਾਂ ਨੂੰ ਲੈ ਕਰਕੇ ਤੇ ਇਹਨਾਂ ਨੂੰ ਆਪਣੇ ਨਾਲ ਜਿਹੜਾ ਸੀ ਉਹ ਕਰ ਦਿੱਤਾ ਗਿਆ, ਜਿਸ ਦਾ ਨਤੀਜਾ ਇਹ ਨਿਕਲਿਆ ਗਿਆ ਵੀ ਗੁਰਦੁਆਰਿਆਂ ਦੇ ਵਿੱਚ ਆਮਦਨ ਤੇ ਵਧੀ, ਪਰ ਉਹਦੇ ਨਾਲ ਜਿਹੜੇ ਸਨ ਉੱਥੋਂ ਦੇ ਮਹੰਤ, ਉਹਨਾਂ ਦੇ ਪੁਜਾਰੀਆਂ ਦੇ ਵਿੱਚ ਊਣਤਾਈਆਂ ਆਉਣੀਆਂ ਸ਼ੁਰੂ ਹੋ ਗਈਆਂ। ਧਨ ਪਦਾਰਥ ਦੇ ਕਾਰਨ ਉਹ ਭ੍ਰਿਸ਼ਟ ਹੋ ਗਏ ਤੇ ਬੇਚਲਣ ਹੋ ਗਏ, ਜਿਹਦੇ ਕਾਰਨ ਫਿਰ ਗੁਰੂ ਕੇ ਸਿੱਖਾਂ ਨੇ ਵੇਖਿਆ ਵੀ ਗੁਰਦੁਆਰਿਆਂ ਦੇ ਅੰਦਰ ਤੇ ਨਾ ਮਰਿਆਦਾ ਰਹੀ ਹੈ ਤੇ ਨਾ ਉਹ ਪਾਠ ਪੂਜਾ ਦਾ ਸਾਧਨ ਰਹੇ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੀ ਉਹਨਾਂ ਨੇ ਗੁਰੂ ਸਾਹਿਬਾਨ ਦੀਆਂ ਮੂਰਤੀਆਂ ਰੱਖ ਕਰਕੇ ਤੇ ਹਿੰਦੂਆਂ ਦੇ ਵਾਂਗੂ ਉਹਨਾਂ ਮੂਰਤੀਆਂ ਦੀ ਪੂਜਾ ਜਿਹੜੀ ਸੀ ਉਹ ਆਰੰਭ ਕਰ ਦਿੱਤੀ, ਜਿਹਦਾ ਨਤੀਜਾ ਇਹ ਨਿਕਲਿਆ ਵੀ ਉਹ ਲੋਕ ਭੋਗ ਵੀ ਲਵਾਉਂਦੇ ਸਨ, ਆਰਤੀਆਂ ਵੀ ਕਰਦੇ ਸਨ, ਧੂਪ ਟਿੱਕਾ ਵੀ ਲਾਉਂਦੇ ਸਨ, ਪਰ ਗੁਰੂ ਕੇ ਸਿੱਖ ਦੇਖਣ ਤੋਂ ਬਗੈਰ ਕੁਝ ਕਰ ਨਹੀਂ ਸੀ ਸਕਦੇ। ਇਹਨਾਂ ਹਾਲਾਤਾਂ ਨੇ ਫਿਰ ਸਿੰਘ ਸਭਾ ਜਿਹੀ ਲਹਿਰ ਜਿਹੜੀ ਸੀ ਉਹ ਪੰਜਾਬ ਦੀ ਧਰਤੀ ਦੇ ਉੱਤੇ ਪੈਦਾ ਜਿਹੜੀ ਸੀ ਉਹ ਕੀਤੀ। ਗੁਰਦੁਆਰਾ ਸੁਧਾਰ ਲਹਿਰ, ਇਹ ਵੀ ਇੱਕ ਲਹਿਰ ਪੈਦਾ ਕੀਤੀ। ਅਨੇਕਾਂ ਲਹਿਰਾਂ ਜਿਹੜੀਆਂ ਸਨ ਉਹ ਪੈਦਾ ਕੀਤੀਆਂ, ਜਿਸ ਦੇ ਤਹਿਤ ਗੁਰੂ ਕੇ ਪਿਆਰਿਆਂ ਨੇ ਫਿਰ ਗੁਰਦੁਆਰਿਆਂ ਨੂੰ ਇਹਨਾਂ ਪੁਜਾਰੀਆਂ, ਇਹਨਾਂ ਮਹੰਤਾਂ ਤੋਂ ਆਜ਼ਾਦ ਕਰਵਾਉਣ ਵਾਸਤੇ ਜਿਹੜਾ ਸੀ ਉਹ ਲਹਿਰਾਂ ਚਲਾਈਆਂ। ਉਹਨਾਂ ਲਹਿਰਾਂ ਦੇ ਅਧੀਨ ਹੀ ਖਿਆਲ ਕਰਨਾ, ਫਿਰ ਤਰਨਤਾਰਨ ਸਾਹਿਬ ਉੱਥੋਂ ਦਾ ਪ੍ਰਬੰਧ ਗੁਰੂ ਕੇ ਸਿੱਖਾਂ ਨੇ ਲਿਆ। ਸਾਕਾ ਨਨਕਾਣਾ ਸਾਹਿਬ, ਜਿੱਥੇ ਅਨੇਕਾਂ ਗੁਰੂ ਕੇ ਸਿੱਖ ਸ਼ਹੀਦ ਹੋਏ, ਆਪਣਾ ਖੂਨ ਦੇ ਕੇ ਗੁਰੂ ਕੇ ਪਿਆਰਿਆਂ ਨੇ ਸਾਕਾ ਨਨਕਾਣਾ ਸਾਹਿਬ ਦਾ ਪ੍ਰਬੰਧ ਲਿਆ। ਤੇ ਇਸੇ ਹੀ ਅਧੀਨ ਜਿਹੜਾ ਸੀਗਾ
ਉਹ ਗੁਰੂ ਕਾ ਬਾਗ ਦਾ ਮੋਰਚਾ ਜਿਹੜਾ ਸੀ ਉਹ ਲੱਗਿਆ। ਅੰਮ੍ਰਿਤਸਰ ਤੋਂ ਅਜਨਾਲੇ ਨੂੰ ਜਾਂਦੀ ਸੜਕ ਅੰਮ੍ਰਿਤਸਰ ਤੋਂ ਲਗਭਗ 13-14 ਮੀਲ ਦੂਰ ਦੇ ਉੱਤੇ ਸੜਕ ਤੋਂ ਥੋੜੇ ਲਾਂਭੇ ਪਿੰਡ ਘੁੱਕੇ ਵਾਲੀ ਰੋਡ, ਜ਼ਿਲ੍ਹਾ ਅੰਮ੍ਰਿਤਸਰ ਦੇ ਜੂਹ ਦੇ ਵਿੱਚ ਗੁਰਦੁਆਰਾ ਗੁਰੂ ਕਾ ਬਾਗ ਸੀ। ਇਸ ਸਥਾਨ ਦੇ ਉੱਤੇ ਗੁਰੂ ਅਰਜਨ ਸਾਹਿਬ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਚਰਨ ਪਾਏ। ਇੱਥੇ 2 ਗੁਰਦੁਆਰੇ ਸਥਿਤ ਹਨ। ਗੁਰਦੁਆਰੇ ਦੇ ਲਾਗੇ ਦੀ ਕੁਝ ਮਲਕੀਅਤ, ਕੁਝ ਜ਼ਮੀਨ ਜਿਹੜੀ ਹੈ ਉਹ ਹੈ, ਅਤੇ ਇਸ ਜ਼ਮੀਨ ਦੇ ਉੱਤੇ ਜਿਹੜਾ ਸੀ ਉਹ ਕਿੱਕਰ ਸਨ, ਕੁਝ ਟਾਵੇਂ ਹੋਰ ਦਰਖਤ ਸਨ। ਤੇ ਇਸ ਗੁਰਦੁਆਰੇ ਦਾ ਮਹੰਤ, ਉਹਦਾ ਨਾਮ ਸੀ ਸੁੰਦਰਦਾਸ। ਨਾਮ ਸੁੰਦਰਦਾਸ ਸੀ, ਪਰੰਤੂ ਉਹਦਾ ਕਰੈਕਟਰ ਜਿਹੜਾ ਸੀ ਉਹ ਬੜਾ ਬਦਨਾਮ ਸੀ। ਇਹਨੇ ਕਈ ਬਦਚਲਨ ਔਰਤਾਂ ਰੱਖੀਆਂ ਹੋਈਆਂ ਸਨ, ਜਿਸ ਦੇ ਕਾਰਨ ਗੁਰੂ ਕੇ ਸਿੱਖਾਂ ਦਾ ਇੱਕ ਜਥਾ 31 ਜਨਵਰੀ 1921 ਨੂੰ, ਜਿਨ੍ਹਾਂ ਦੇ ਵਿੱਚ ਗਿਣਤੀ 50 ਕੇ ਦੇ ਲਗਭਗ ਸਿੱਖਾਂ ਦੀ ਸੀ, ਸਰਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ ਹੇਠ ਗੁਰੂ ਕੇ ਬਾਗ ਭੁੱਕੇ ਵਾਲੀ ਰੋਡ ਪੁੱਜਾ। ਇਲਾਕੇ ਦੇ ਕੁਝ ਸਿੰਘ ਇੱਥੇ ਪਹਿਲਾਂ ਹੀ ਪੁੱਜੇ ਹੋਏ ਸਨ। ਜਦੋਂ ਸਰਦਾਰ ਝੱਬਰ ਜੀ ਨੇ ਇਹ ਜਥਾ ਰਾਜਾ ਸੰਸੀ ਤੋਂ ਪੈਦਲ ਚੱਲ ਕੇ ਗੁਰੂ ਕੇ ਬਾਗ ਨੂੰ ਰਵਾਨਾ ਹੋਇਆ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਨਾਲ ਰਲਦੇ ਗਏ ਤੇ ਉੱਥੇ ਤੱਕ ਪਹੁੰਚਦਿਆਂ 400-500 ਗੁਰੂ ਕੇ ਸਿੱਖ ਜਿਹੜੇ ਸਨ ਉਹ ਇਕੱਠੇ ਹੋਏ। ਗੁਰੂ ਕੇ ਪਿਆਰਿਆਂ ਨੇ ਸਰੋਵਰ ਦੇ ਕੰਢੇ ਦੀਵਾਨ ਸਜਾਇਆ ਅਤੇ ਗੁਰੂ ਕੇ ਸਿੱਖ ਸਰਦਾਰ ਝੱਬਰ ਜੀ ਦੇ ਲੈਕਚਰ ਤੋਂ ਬਾਅਦ ਫਿਰ ਗੁਰੂ ਕੇ ਸਿੱਖ ਗੁਰਦੁਆਰੇ ਦੇ ਵਿੱਚ ਦਾਖਲ ਹੋਏ ਤੇ ਜਿਤਨੇ ਵੀ ਮਹੰਤ ਸਨ, ਜਿਤਨੇ ਵੀ ਉੱਥੇ ਹੋਰ ਮਹੰਤ ਦੇ ਬੰਦੇ ਸਨ, ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ। ਇੱਥੇ ਹੀ ਯਾਦ ਰੱਖਿਓ ਵੀ ਇਲਾਕੇ ਦੇ ਇੱਕ ਮੁਖੀ ਸਿੱਖ ਸਨ ਸਰਦਾਰ ਦਾਰਾ ਸਿੰਘ ਬਿਸ਼ੋਆ, ਉਹ ਵੀ ਕੁਝ ਸਿੱਖ ਲੈ ਕੇ ਪੁੱਜੇ ਹੋਏ ਸਨ। ਉਹ ਬੜੇ ਸੁਘੜ ਤੇ ਸਿਆਣੇ ਸਨ ਤੇ ਉਹਨਾਂ ਦਾ ਪ੍ਰਭਾਵ ਮਹੰਤ ਸੁੰਦਰਦਾਸ ਦੇ ਉੱਤੇ ਸੀ ਤੇ ਸੁੰਦਰਦਾਸ ਨੂੰ ਕਹਿ ਕਰਕੇ ਤੇ ਉਸ ਵਕਤ ਫਿਰ ਇਹ ਪ੍ਰਬੰਧ ਜਿਹੜਾ ਸੀ ਗੁਰੂ ਕੇ ਪਿਆਰਿਆਂ ਨੇ ਆਪਣੇ ਹੱਥੀਂ ਲੈ ਲਿਆ। ਅਤੇ ਇਸ ਸੁੰਦਰਦਾਸ ਨੇ ਉਸ ਵਕਤ ਇਹ ਗੱਲ ਕਹੀ ਵੀ ਮੈਂ ਬਾਕੀ ਸਾਰੀ ਔਰਤਾਂ ਨੂੰ ਭੇਜ ਦੇਵਾਂਗਾ, ਕੇਵਲ ਇੱਕ ਇਸ਼ਰੀ ਨਾਮ ਦੀ ਔਰਤ ਦੇ ਨਾਲ ਆਨੰਦ ਕਾਰਜ ਕਰਵਾ ਕੇ ਰਹਾਂਗਾ। ਅਤੇ ਇਸ ਨੇ ਕੁਝ ਦਿਨ 8 ਫਰਵਰੀ 1921 ਦੇ ਵਿੱਚ ਅੰਮ੍ਰਿਤ ਛਕ ਕੇ ਤੇ ਉਹਦਾ ਨਾਮ ਫਿਰ ਗਿਆਨ ਕੌਰ ਰੱਖਿਆ ਗਿਆ। ਉਹਦੇ ਨਾਲ ਇਹਨੇ ਆਨੰਦ ਪੜਾ ਲਿਆ। ਇਸ ਤਰ੍ਹਾਂ ਗੁਰੂ ਕੇ ਬਾਗ ਦਾ ਪ੍ਰਬੰਧ ਕਮੇਟੀ ਦੇ ਹੱਥਾਂ ਦੇ ਵਿੱਚ ਆ ਗਿਆ ਅਤੇ ਇਹ ਲਗਭਗ 1.5 ਸਾਲ ਅਮਨ ਅਮਾਨ ਦੇ ਨਾਲ ਜਿਹੜਾ ਸੀ ਉਹ ਚੱਲਦਾ ਗਿਆ। ਪਰ 8 ਅਗਸਤ ਸਨ 1922 ਨੂੰ ਜਦੋਂ ਗੁਰਦੁਆਰੇ ਦੇ ਲੰਗਰ ਵਾਸਤੇ ਕੁਝ ਗੁਰੂ ਕੇ ਸਿੱਖ ਗੁਰਦੁਆਰੇ ਦੇ ਜੂਹ ਦੇ ਵਿੱਚੋਂ ਹੀ ਕਿੱਕਰ ਕੱਟਣ ਗਏ, ਉਹਨਾਂ ਸਿੱਖਾਂ ਦੀ ਗਿਣਤੀ 5 ਦੇ ਲਗਭਗ ਸੀ ਤੇ ਉਸ ਵਕਤ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਿਸਟਰ ਡਨੱਟ ਦੇ ਹੁਕਮ ਨਾਲ ਪੁਲਿਸ ਨੇ ਇਹਨਾਂ ਨੂੰ ਲੱਕੜੀ ਚੋਰੀ ਕਰਨ ਦੇ ਅਪਰਾਧ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤੇ ਇਹਨਾਂ ਦਾ ਚਲਾਨ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਅਗਲੇ ਦਿਨ 5 ਗੁਰੂ ਕੇ ਸਿੱਖ ਫਿਰ ਗਏ, ਉਹਨਾਂ ਨੂੰ ਵੀ ਇਵੇਂ ਜਿਹੜਾ ਸੀ ਪਕੜ ਕਰਕੇ ਤੇ ਉਹਨਾਂ ਦੇ ਉੱਪਰ ਮੁਕੱਦਮਾ ਜਿਹੜਾ ਸੀ ਉਹ ਦਾਇਰ ਕਰ ਦਿੱਤਾ ਗਿਆ ਤੇ ਅਦਾਲਤੀ ਕਾਰਵਾਈ ਦੇ ਤਹਿਤ ਮਹੰਤ ਸੁੰਦਰਦਾਸ ਉਹਦੇ ਕੋਲੋਂ ਇੱਕ ਰਿਪੋਰਟ ਜਿਹੜੀ ਸੀ ਉਹ ਲਿਖਵਾ ਲਈ ਗਈ ਕਿ ਮੁਲਾਜ਼ਮਾਂ ਨੇ ਮੇਰੀ ਜ਼ਮੀਨ ਵਿੱਚੋਂ ਲੱਕੜੀ ਚੋਰੀ ਕੀਤੀ ਹੈ। ਪਰ ਖਿਆਲ ਕਰਨਾ, ਗੁਰੂ ਕੀ ਸਿੱਖ ਦਾ ਸੁਭਾਅ ਹੈ, ਇਹ ਕਦੀ ਸਖਤੀ ਦੇ ਅੱਗੇ ਝੁਕਦਾ ਨਹੀਂ ਹੈ। ਕੋਈ ਨਿਮਰਤਾ ਦੇ ਨਾਲ ਗੱਲ ਕਹੇ ਤੇ ਉਹ ਗੱਲ ਤੇ ਵਿਚਾਰਨਯੋਗ ਬਣਾ ਲੈਂਦਾ ਹੈ, ਪਰੰਤੂ ਇਹ ਸਖਤੀ ਦੇ ਅੱਗੇ, ਕਿਸੇ ਦੀ ਤਾਕਤ ਦੇ ਅੱਗੇ ਕਦੀ ਝੁਕਦਾ ਨਹੀਂ ਹੈ। ਇਹ ਤੇ ਸਦਾ ਹੀ ਇਹ ਕਹਿੰਦਾ ਹੈ, ਜਬੇ ਬਾਣ ਲਾਗੇ ਤਬੈ ਰੋਸ ਜਾਗੇ। ਹੁਣ ਗੁਰੂ ਕੇ ਸਿੱਖਾਂ ਨੇ ਜਿਹੜਾ ਸੀਗਾ ਉਹ ਰੋਜ਼ 5-5 ਦੇ ਜਥਿਆਂ ਦੇ ਰੂਪ ਦੇ ਵਿੱਚ ਜੰਗਲ ਦੇ ਵਿੱਚ ਜਾਣਾ, ਭਾਵ ਉਸ ਥਾਂ ਲੱਕੜੀ ਕੱਟਣ ਦੇ ਵਾਸਤੇ ਜਾਣਾ ਤੇ ਗੁਰੂ ਕੇ ਸਿੱਖਾਂ ਨੂੰ ਇਵੇਂ ਜਿਹੜਾ ਸੀਗਾ ਉਹ ਫਿਰ ਗ੍ਰਿਫਤਾਰ ਕਰਕੇ ਹਕੂਮਤ ਜਿਹੜੀ ਸੀ ਉਹ ਲੈ ਕੇ ਜਾਣ ਲੱਗੀ। 23 ਅਗਸਤ ਨੂੰ 66 ਸੇਵਾਦਾਰ
ਭਾਵੇਂ ਕਿ ਉਹ ਜੰਗਲ ਦੇ ਵਿੱਚ ਲੱਕੜ ਕੱਟਣ ਨਹੀਂ ਗਏ ਸਨ, ਗੁਰਦੁਆਰੇ ਦੇ ਅੰਦਰ ਸਨ, ਉਹਨਾਂ ਸਾਰਿਆਂ ਨੂੰ ਪਕੜ ਲਿਆ ਗਿਆ। ਇਉਂ ਹੀ ਅਗਲੇ ਦਿਨ 24 ਅਗਸਤ ਨੂੰ ਵੀ ਜਿਹੜੇ ਗੁਰੂ ਕੇ ਸਿੱਖ ਫੜੇ ਗਏ ਉਹਨਾਂ ਦੀ ਗਿਣਤੀ 187 ਸੀ। ਤੇ ਅਗਲੇ ਹੀ ਦਿਨ 25 ਅਗਸਤ ਨੂੰ ਮੱਸਿਆ ਦਾ ਦੀਵਾਨ ਬਾਹਰ ਖੁੱਲੇ ਪੰਡਾਲ ਦੇ ਵਿੱਚ ਲੱਗਾ, ਜਿਸ ਦੇ ਉੱਤੇ ਮਿਸਟਰ ਬੀਟੀ ਅੰਗਰੇਜ਼ ਐਡੀਸ਼ਨਲ ਪੁਲਿਸ ਕਪਤਾਨ ਨੇ ਇਤਰਾਜ਼ ਕੀਤਾ ਅਤੇ ਬੀਟੀ ਦੇ ਹੁਕਮ ਦੇ ਮੁਤਾਬਕ ਉੱਥੇ ਗੁਰੂ ਕੀ ਸਿੱਖਾਂ ਦੇ ਉੱਤੇ ਲਾਠੀ ਚਲਾਈ ਗਈ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਹੀ ਗੁਰੂ ਕੇ ਸਿੱਖਾਂ ਨੂੰ ਕੁੱਟਿਆ ਗਿਆ, ਕੇਸਾਂ ਤੋਂ ਧੂ ਕੇ ਬਾਹਰ ਕੱਢ ਦਿੱਤਾ ਗਿਆ। ਤੇ ਇਸੇ ਦਿਨ ਦੇ ਵਿੱਚ ਜਿਹੜੇ ਹੋਰ ਗੁਰੂ ਕੇ ਸਿੱਖ ਪਕੜੇ ਗਏ, ਜਿਨ੍ਹਾਂ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਨ ਸਰਦਾਰ ਖੜਕ ਸਿੰਘ, 3 ਸਕੱਤਰ ਸਨ ਭਗਤ ਜਸਵੰਤ ਸਿੰਘ, ਸਰਦਾਰ ਨਰੈਣ ਸਿੰਘ, ਸਰਦਾਰ ਸਾਹਿਬ ਸਿੰਘ ਤੇ ਹੋਰ ਕੁਝ ਮੁਖੀ ਸਨ, ਜਿਨ੍ਹਾਂ ਦੇ ਵਿੱਚ ਮਾਸਟਰ ਤਾਰਾ ਸਿੰਘ, ਸਰਦਾਰ ਮਹਿਤਾਬ ਸਿੰਘ, ਸਰਦਾਰ ਸਰਮੁਖ ਸਿੰਘ ਝਮਾਲ, ਉਹ ਵੀ ਜਿਹੜੇ ਸਨ ਉਹ ਪਕੜੇ ਗਏ। ਜਦੋਂ ਇਸ ਗੱਲ ਦੀ ਖਬਰ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਪੁੱਜਦੀ ਹੈ ਤੇ ਗੁਰੂ ਕੇ ਸਿੱਖ ਜਿਹੜੇ ਸਨ ਉਹ ਗੁਰੂ ਕੇ ਬਾਗ ਉਧਰਲੇ ਵੱਲ ਨੂੰ ਆਉਣੇ ਸ਼ੁਰੂ ਹੋ ਗਏ। ਹੁਣ ਉਹਨਾਂ ਗੁਰੂ ਕੇ ਸਿੱਖਾਂ ਨੂੰ ਰਸਤੇ ਦੇ ਵਿੱਚੋਂ ਹੀ ਪਕੜ ਲਿਆ ਗਿਆ, ਕਿਉਂਕਿ ਗੁਰੂ ਕੇ ਸਿੱਖ ਜਿਹੜੇ ਸਨ ਉਹਨਾਂ ਸਿੱਖਾਂ ਦੇ ਵਾਸਤੇ ਰਾਸ਼ਨ ਹੋਰ ਜਿਹੜਾ ਸਮਾਨ ਲੈ ਕੇ ਜਾਂਦੇ ਸਨ, ਪਰੰਤੂ ਇਹਨਾਂ ਨੂੰ ਰਸਤੇ ਦੇ ਵਿੱਚ ਹੀ ਪੁਲਿਸ ਗ੍ਰਿਫਤਾਰ ਕਰ ਲਈ ਜਾਂਦੀ ਸੀ। ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਸੀ ਅਤੇ ਇਹ ਕੁੱਟਮਾਰ ਇਤਨੀ ਕੁ ਖਤਰਨਾਕ ਸੀ ਕਿ ਨਾਲ ਦਾ ਇੱਕ ਪਿੰਡ ਸੀ ਟੀਰਾ ਪਿੰਡ, ਉਹ ਵਿਚਾਰੇ ਗੁਰੂ ਕੇ ਸਿੱਖ ਖੇਤਾਂ ਦੇ ਵਿੱਚ ਕੰਮ ਕਰਦੇ ਸਨ। ਉਹਨਾਂ ਦਾ ਨਾਮ ਸੀ ਭਾਈ ਭਗਤ ਸਿੰਘ ਤੇ ਭਾਈ ਤਾਰਾ ਸਿੰਘ, ਇਹ ਪਿਓ ਪੁੱਤ ਸਨ। ਇਹਨਾਂ ਦਾ ਇੰਨਾ ਕੁ ਕਟਾਪਾ ਕੀਤਾ ਗਿਆ ਕਿ ਇਹ ਕੁਝ ਸਮੇਂ ਤੋਂ ਬਾਅਦ ਦਮ ਤੋੜ ਗਏ ਸਨ। ਹੁਣ ਗੁਰੂ ਕੇ ਬਾਗ ਦੇ ਮੋਰਚੇ ਤੋਂ ਰੋਜ਼ਾਨਾ 4 ਜਾਂ 5 ਗੁਰੂ ਕੇ ਸਿੱਖ ਜਥੇ ਦੇ ਰੂਪ ਦੇ ਵਿੱਚ ਜਾਂਦੇ ਤੇ ਫਿਰ ਉਹਨਾਂ ਨੂੰ ਉਹ ਪੁਲਿਸ ਜਿਹੜੀ ਸੀ ਉਹ ਸੁੰਮਾਂ ਵਾਲੀਆਂ ਡਾਂਗਾਂ ਦੇ ਨਾਲ ਬੁਰੀ ਤਰ੍ਹਾਂ ਕੁੱਟਦੀ। ਇਸ ਤੋਂ ਬਾਅਦ ਅੰਮ੍ਰਿਤਸਰ ਤੋਂ ਪਹਿਲਾਂ 50-50 ਤੇ ਕੁਝ ਦਿਨਾਂ ਤੋਂ ਮਗਰੋਂ 100-100 ਦਾ ਜਥਾ ਜਿਹੜਾ ਸੀ ਉਹ ਗੁਰੂ ਦੇ ਬਾਗ ਦੇ ਮੋਰਚੇ ਵੱਲ ਜਾਣਾ ਆਰੰਭ ਹੋ ਗਿਆ। ਪਰ ਖਿਆਲ ਕਰਨਾ, ਤੁਰਨ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਜ਼ੂਰ ਵਿੱਚ, ਗੁਰੂ ਦੀ ਹਜ਼ੂਰ ਦੇ ਵਿੱਚ ਉਸ ਵਕਤ ਅਰਦਾਸ ਕੀਤੀ ਜਾਂਦੀ ਸੀ ਤੇ ਅੱਖਰ ਸਨ ਤੇ ਉਹਨਾਂ ਨੂੰ ਇਹ ਆਖਿਆ ਜਾਂਦਾ ਸੀ, ਭਾਵੇਂ ਕੁਝ ਵੀ ਹਾਲਾਤ ਹੋਣ ਅਤੇ ਕਿਤਨੀਆਂ ਵੀ ਕਠਿਨਾਈਆਂ ਦਾ ਸਾਹਮਣਾ ਕਰਨਾ ਪਵੇ, ਮੈਂ ਅੱਗੋਂ ਹੱਥ ਨਹੀਂ ਉਠਾਵਾਂਗਾ। ਜਦੋਂ ਤੱਕ ਮੇਰੀ ਸੁਰਤ ਕਾਇਮ ਰਹੇਗੀ ਮੈਂ ਗੁਰੂ ਕੇ ਬਾਗ ਵੱਲ ਵਧਣ ਦਾ ਯਤਨ ਕਰਾਂਗਾ ਅਤੇ ਕੋਈ ਵੀ ਸ਼ਖਸ ਮੈਨੂੰ ਇਸ ਨਿਸ਼ਾਨੇ ਤੋਂ ਉਕਾ ਨਹੀਂ ਸਕਦਾ। ਇਹ ਸੁਗੰਧ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅਰਦਾਸ ਰੂਪੀ ਕਰਵਾਈ ਜਾਂਦੀ ਸੀ। ਪ੍ਰਾਣ ਲੈ ਕੇ ਗੁਰੂ ਕੇ ਸਿੱਖ ਜਿਹੜੇ ਸਨ ਉਹ ਜਾਂਦੇ ਸਨ। ਰਸਤੇ ਦੇ ਵਿੱਚ ਜਾਂ ਨੇੜੇ ਜਾਣ ਤੋਂ ਉਸ ਵਕਤ ਸੁੰਮੇ ਦੀਆਂ ਲਾਠਾਂ ਜਿਹੜੀਆਂ ਸਨ, ਲੋਹੇ ਦੀਆਂ ਸੁੰਮਾਂ ਜਿਹੜੀਆਂ ਕਿ ਲਾਠੀਆਂ ਦੇ ਵਿੱਚ ਜੜੀਆਂ ਹੁੰਦੀਆਂ ਸਨ, ਉਹਨਾਂ ਦੇ ਨਾਲ ਗੁਰੂ ਕੇ ਸਿੱਖਾਂ ਨੂੰ ਜਿਹੜਾ ਸੀ ਉਹ ਕੁੱਟਿਆ ਜਾਂਦਾ ਸੀ। ਗੁਰੂ ਕੇ ਸਿੱਖ ਬੇਸੁਰਤ ਹੋ ਜਾਂਦੇ ਸਨ। ਜਦੋਂ ਹੋਸ਼ ਆਉਂਦੀ ਸੀ ਮੁੜ ਉੱਠ ਕੇ ਗੁਰੂ ਕੇ ਬਾਗ ਦੇ ਵੱਲ ਨੂੰ ਵਧਣਾ ਸ਼ੁਰੂ ਹੋ ਜਾਂਦੇ ਸਨ, ਪਰੰਤੂ ਮੁਖ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ ਨਿਕਲਦਾ ਸੀ। ਉਹਨਾਂ ਨੂੰ ਫਿਰ ਬੇਹੋਸ਼ ਕੀਤਾ ਜਾਂਦਾ ਸੀ ਡਾਂਗਾ ਮਾਰ ਮਾਰ ਕੇ ਅਤੇ ਉਹਨਾਂ ਦੇ ਕੇਸਾਂ ਨੂੰ ਫੜ ਕੇ ਧੋਇਆ ਜਾਂਦਾ ਸੀ। ਇਸ ਤਰ੍ਹਾਂ ਸਿੱਖਾਂ ਦੀ ਜਿਹੜੀ ਸੀ ਉਹ ਮਾਰ ਕੁਟਾਈ ਜਿਹੜੀ ਸੀ ਉਹ ਹੁੰਦੀ ਸੀ। ਇਹਨਾਂ ਨੂੰ ਵੇਖਣ ਦੇ ਵਾਸਤੇ ਭਾਵੇਂ ਕਿ ਮੁਲਕ ਦੇ ਵੱਖਰੇ ਵੱਖਰੇ ਨੇਤਾਵਾਂ ਵੱਲੋਂ ਆ ਕਰਕੇ ਦੇਖਿਆ ਜਾਂਦਾ ਸੀ, ਪਰ ਖਿਆਲ ਕਰਨਾ, ਬੇਹੋਸ਼ ਅਤੇ ਫੱਟੜ ਸਿੰਘਾਂ ਨੂੰ ਰੋਜ਼ਾਨਾ ਗੱਡੀਆਂ ਦੇ ਵਿੱਚ ਪਾ ਕੇ, ਟਰੱਕਾਂ ਦੇ ਵਿੱਚ ਪਾ ਕੇ ਅੰਮ੍ਰਿਤਸਰ ਲੈ ਕੇ ਆਇਆ ਜਾਂਦਾ ਸੀ ਤੇ ਉਹਨਾਂ ਨੂੰ ਇੱਕ ਹਸਪਤਾਲ ਦੇ ਵਿੱਚ, ਜਿਹੜਾ ਕਿ ਉਹਨਾਂ ਨੇ ਟੈਂਪਰੇਰੀ ਬਣਾ ਦਿੱਤਾ ਸੀ, ਉੱਥੇ ਰੋਜ਼ਾਨਾ ਮਰਮ ਪੱਟੀ ਹੁੰਦੀ ਸੀ, ਦਵਾਈ ਦਿੱਤੀ ਜਾਂਦੀ ਸੀ ਤੇ ਉਸ ਸਮੇਂ ਇੱਕ ਦਿਨ ਦਾ ਖਰਚਾ 3000 ਉਹਨਾਂ ਜ਼ਖਮੀਆਂ ਦਾ ਹੋਇਆ ਕਰਦਾ ਸੀ। 8 ਸਤੰਬਰ ਤੱਕ ਇਹਨਾਂ ਹਸਪਤਾਲਾਂ ਦੇ ਵਿੱਚ ਫੱਟੜਾਂ ਦੀ ਗਿਣਤੀ ਜਿਹੜੀ ਸੀ ਉਹ 836 ਹੋ ਗਈ। ਗੁਰੂ ਕੇ ਬਾਗ ਵਿੱਚ ਖੋਲ੍ਹੇ ਹਸਪਤਾਲ ਵਿੱਚ ਰੱਖੇ ਜਿਹੜੇ ਮਰੀਜ਼ ਸਨ ਉਹਨਾਂ ਦੀ ਗਿਣਤੀ 200 ਤੋਂ ਉੱਪਰ ਸੀ। ਇਸੇ ਤਰ੍ਹਾਂ 12
ਸਤੰਬਰ ਦੀ ਸ਼ਾਮ ਤੱਕ 100 ਜੱਥਾ ਰੋਜ਼ਾਨਾ ਮਾਰ ਕੁੱਟ ਕਰਕੇ, ਫੱਟੜ ਕਰਕੇ, ਬੇਹੋਸ਼ ਕਰਕੇ ਹਸਪਤਾਲਾਂ ਦੇ ਵਿੱਚ ਜਿਹੜਾ ਸੀ ਉਹ ਦਾਖਲ ਕਰ ਦਿੱਤਾ ਜਾਂਦਾ ਸੀ। 13 ਸਤੰਬਰ ਨੂੰ ਪੰਜਾਬ ਗਵਰਨਰ ਨੇ ਜਿਹੜਾ ਸੀਗਾ ਉਹ ਇਹ ਮਾਰ ਕੁੱਟ ਦਾ ਸਿਲਸਿਲਾ ਜਿਹੜਾ ਸੀ ਉਹ ਖਤਮ ਕਰ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਵੀ ਜਥਾ ਜਾਂਦਾ ਸੀ ਅੰਮ੍ਰਿਤਸਰ ਤੋਂ ਗੁਰੂ ਕੇ ਬਾਗ ਦੇ ਵੱਲ, ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਜਿਹੜਾ ਸੀ ਉਹ ਸੁੱਟ ਦਿੱਤਾ ਜਾਂਦਾ ਸੀਗਾ। ਅਤੇ ਇਹ ਲਗਾਤਾਰ ਸਿਲਸਿਲਾ ਜਿਹੜਾ ਹੈ ਉਹ 2 ਮਹੀਨੇ ਚੱਲਦਾ ਰਿਹਾ। 17 ਨਵੰਬਰ 1922 ਤੱਕ ਗੁਰੂ ਕੇ ਬਾਗ ਦੇ ਮੋਰਚੇ ਦੇ ਵਿੱਚ ਜਿਹੜੇ ਗੁਰੂ ਕੇ ਸਿੱਖ ਸਨ ਉਹਨਾਂ ਦੀ ਗਿਣਤੀ 5605 ਹੋ ਚੁੱਕੀ ਸੀ। ਪਰ ਸਿੰਘਾਂ ਵੱਲੋਂ ਇਸ ਵਿੱਚ ਰਤਾ ਭਰ ਵੀ ਕਮਜ਼ੋਰੀ ਨਹੀਂ ਆਉਣ ਦਿੱਤੀ। ਉਹਨਾਂ ਵੱਲੋਂ ਲਗਾਤਾਰ ਇਹ ਜਥਿਆਂ ਦੇ ਰੂਪ ਦੇ ਵਿੱਚ ਜਿਹੜਾ ਸੀ ਉਹ ਸਿੰਘ ਜਾਂਦੇ ਸਨ। ਅਖੀਰ ਪੰਜਾਬ ਸਰਕਾਰ ਨੇ ਮਹੰਤ ਸੁੰਦਰਦਾਸ ਵੱਲੋਂ ਗੁਰਦੁਆਰੇ ਦੀ ਜ਼ਮੀਨ ਦਾ ਠੇਕਾ ਰਾਏ ਬਹਾਦਰ ਗੰਗਾ ਰਾਮ ਨੂੰ ਦੇ ਕੇ ਉਸ ਵੱਲੋਂ ਦਰਖਤ ਕੱਟਣ ਦੀ ਖੁੱਲ੍ਹ ਦਾ ਐਲਾਨ ਕਰ ਦਿੱਤਾ ਗਿਆ ਅਤੇ ਇਸ ਖੁੱਲ੍ਹ ਦੇ ਨਾਲ ਹੀ ਫਿਰ ਇਹ ਮੋਰਚਾ ਜਿਹੜਾ ਸੀ ਉਹ ਸਮਾਪਤ ਹੋ ਗਿਆ। ਇਸ ਮੋਰਚੇ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਅੱਖੀਂ ਉਹਨਾਂ ਦ੍ਰਿਸ਼ਾਂ ਨੂੰ ਵੇਖਿਆ, ਉਹਨਾਂ ਨੇ ਫਿਰ ਕਲਮਬੰਦ ਕੀਤਾ। ਸਮੇਂ ਦੀਆਂ ਅਖਬਾਰਾਂ ਜਿਹੜੀਆਂ ਸਨ, ਉਹਨਾਂ ਅਖਬਾਰਾਂ ਦੇ ਵਿੱਚ ਉਹ ਦ੍ਰਿਸ਼ ਜਿਹੜੇ ਸਨ ਉਹ ਛਪੇ ਗਏ। ਉਹਨਾਂ ਦ੍ਰਿਸ਼ਾਂ ਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਵਾਚਣ ਦਾ ਯਤਨ ਕਰਾਂਗੇ। ਕਿਵੇਂ ਗੁਰੂ ਕੇ ਸਿੱਖਾਂ ਨੇ ਇਹ ਤਸ਼ੱਦਦ ਨੂੰ ਆਪਣੇ ਪਿੰਡੇ ਦੇ ਉੱਤੇ ਹੰਢਾਇਆ, ਪਰ ਗੁਰੂ ਦੇ ਅੱਗੇ ਕੀਤੇ ਹੋਏ ਪ੍ਰਣ ਨੂੰ ਜਿਹੜਾ ਸੀ ਉਹ ਉਹਨਾਂ ਨੇ ਕਦੀ ਵੀ ਨਹੀਂ ਤੋੜਿਆ। ਸਿੱਖੀ ਦੀ ਪਰੰਪਰਾਵਾਂ ਨੂੰ ਉਹਨਾਂ ਨੇ ਬਰਕਰਾਰ ਰੱਖਿਆ। ਬਾਕੀ ਅਗਲੀ ਵੀਡੀਓ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ